ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਨਿਰਪੱਖ ਪੋਸਟ ਦੀ ਖਾਸ ਪੇਸ਼ਕਸ਼ ਸਫਰੇ ਸ਼ਹਾਦਤ। सरसा नदी ते विछोड़ा पैण तो बाद छोटे साहिबजादे ते माता गुजर कौर जी कुम्मे मशकी दे घरे एक रात कटदे ने। उस तो बाद गंगू बामण नूं अपने पिंड सहेड़ी लै आउंदा। पैसे दे लालच विच वो जा के फौज नूं तलाह करदा कि दशमेश पातशाह दे छोटे साहिबजादे ते माता गुजर कौर उन्हां दे घर विच ने। छोटे साहिबजादे ते माता गुजर कौर नूं कैद करके मरंडे लिया जाता तो उस तो बाद सरहंद की धरती उत्ते लिया जाता, जिथे 10, 11 ते 12 पोह नूं छोटे साहिबजादे ते माता गुजर कौर ठंडे बुरज विच रात कटते हैं। ये उही थां है जिथे छोटे साहिबजादियां ने खुद नूं तां नीहां विच चणवा लिया, पर सिख धर्म की नींह बहुत मजबूत कर गए। जदों आनंदपुर साहिब तो गुरु जी अपने सिंघां ते परिवार समेत चले सन तो इतिहासकार लिखते हैं कि 10वें पातशाह ने छोटे साहिबजादियां की उंगली माता गुजर कौर के हत्थ में दिती सी। जदों ठंडे बुरज दे विच छोटे साहिबजादे माता गुजर कौर की गोद विच सन तो माता गुजर कौर नूं इलम सी कि सरहंद विच की होण जा रहा। तो माता गुजर कौर ने अपने इन्हां पोतरियां नूं वो सिक्ख्या दित्ती कि किवें उन्हां दा दादा हिंदी चादर गुरु तेग बहादुर कौम दे लई अपनी जान वार गया। ते तुसीं भी इस जालम हकूमत दे सामने सिर नहीं झुकाउणा, भावें सिर कट्टिया जावे। 10 ਪੋਹ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ਉੱਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਆਇਆ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਮਾਤਾ ਗੁਜਰ ਕੌਰ ਆਪਣੇ 2 ਪੋਤਿਆਂ ਨਾਲ ਗੱਲਾਂ ਕਰਦੀ ਹੈ ਅਤੇ ਸਿੱਖਿਆ ਦਿੰਦੀ ਹੈ ਕਿ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਜਾ ਕੇ ਕਿਵੇਂ ਧਰਮ ਦੇ ਹੱਕ ਅਤੇ ਸੱਚ ਦੀ ਗੱਲ ਕਰਨੀ ਹੈ। ਆਪਣੇ ਪੋਤਿਆਂ ਨੂੰ ਦਾਦੀ ਦੱਸ ਰਹੀ ਹੈ ਕਿ ਕਿਵੇਂ ਉਹਨਾਂ ਦੇ ਦਾਦੇ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਨੇ ਦਿੱਲੀ ਵਿੱਚ ਮਨੁੱਖਤਾ ਦੇ ਭਲੇ ਲਈ ਆਪਣੀ ਸ਼ਹਾਦਤ ਦਿੱਤੀ ਸੀ ਅਤੇ ਹੁਣ ਉਹਨਾਂ ਦਾ ਇਮਤਿਹਾਨ ਹੈ। 10 ਪੋਹ ਦੀ ਰਾਤ ਨੂੰ ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਦੀ ਗੋਦੀ ਵਿੱਚ ਠੰਡੇ ਬੁਰਜ ਵਿੱਚ ਬਤੀਤ ਕੀਤੀ। ਇੱਥੇ 10 ਪੋਹ ਦੀ ਸ਼ਾਮ ਸਰਹੰਦ ਲੈ ਕੇ ਆਂਦਾ ਜਾਂਦਾ ਹੈ ਤੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਂਦਾ ਹੈ। ਫਿਰ ਇਸ ਤੋਂ ਬਾਅਦ ਅਗਲੇ ਦਿਨ 11 ਪੋਹ ਨੂੰ ਪਹਿਲੀ ਪੇਸ਼ੀ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਦੋਵੇਂ ਸਾਹਿਬਜ਼ਾਦਿਆਂ ਦੀ ਹੁੰਦੀ ਹੈ, ਜਿੱਥੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਪਿਆਰ ਦੇ ਨਾਲ ਲਾਲਚ ਦੇ ਕੇ ਵਰਗਲਾਉਣ ਦੇ ਯਤਨ ਕੀਤੇ ਜਾਂਦੇ ਆ। ਪਰ ਸਾਹਿਬਜ਼ਾਦੇ ਆਪਣੇ ਸਿਦਕ ਦੇ ਉੱਪਰ ਅਡੋਲ ਰਹਿ ਕੇ ਹੱਕ ਤੇ ਸੱਚ ਦੇ ਉੱਪਰ ਕਾਇਮ ਰਹਿ ਕੇ ਬੜੀ ਦ੍ਰਿੜਤਾ ਦੇ ਨਾਲ ਇਹਨਾਂ ਦੇ ਵੱਲੋਂ ਕਈਆਂ ਗਈਆਂ ਸਾਰੀਆਂ ਗੱਲਾਂ ਦਾ ਬਹੁਤ ਸੁਚੱਜੇ ਤਰੀਕੇ ਦੇ ਨਾਲ ਜਵਾਬ ਦਿੰਦੇ ਆ ਤੇ ਅਡੋਲ ਰਹਿੰਦੇ ਆ। ਸ਼ਾਮ ਨੂੰ ਵਾਪਸ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਦੇ ਕੋਲ ਲੈ ਕੇ ਜਾਇਆ ਜਾਂਦਾ ਹੈ ਤੇ ਮਰਿੰਡੇ ਤੋਂ ਇੱਕ ਸਪੈਸ਼ਲ ਗੱਡੀ ਦੇ ਰਾਹੀਂ, ਬੈਲ ਗੱਡੀ ਜਾਂ ਘੋੜਿਆਂ ਵਾਲੀਆਂ ਗੱਡੀਆਂ ਉਸ ਵੇਲੇ ਹੁੰਦੀਆਂ ਸੀ, ਉਹਦੇ ਰਾਹੀਂ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਆਂਦਾ ਜਾਂਦਾ ਹੈ। ਇਹ ਸਾਰਾ ਏਰੀਆ ਇੱਕ ਵਲਗਣ ਦੇ ਅੰਦਰ ਸੀ। ਮੁਗਲ ਹਕੂਮਤ ਦੀ ਇੱਕ ਵੱਡਾ ਇਹ ਕੇਂਦਰ ਸੀ। ਸਿਰ ਹਿੰਦ ਦਿੱਲੀ ਤੋਂ ਬਾਅਦ ਇਹ ਵੱਡਾ ਕੇਂਦਰ ਮੰਨਿਆ ਜਾਂਦਾ ਸੀ। ਸੋ ਇਸ ਕਿਲੇ ਦੀ ਬਾਹਰਲੀ ਫਸੀਲ 'ਤੇ ਜਿੱਥੇ ਉਸ ਗੱਡੀ ਨੂੰ ਰੋਕਿਆ ਗਿਆ ਜਿਹਦੇ 'ਚ ਕੈਦੀਆਂ ਦੇ ਰੂਪ 'ਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਲਿਆਂਦਾ ਜਾ ਰਿਹਾ ਸੀ, ਉਸ ਜਗ੍ਹਾ 'ਤੇ ਅੱਜ ਅਸੀਂ ਰੱਥ ਸਾਹਿਬ ਕਹਿ ਕੇ ਉਸ ਸਥਾਨ ਨੂੰ ਸਤਿਕਾਰ ਦਿੰਦੇ ਹਾਂ ਕਿ ਸਾਹਿਬਜ਼ਾਦਿਆਂ ਦਾ ਰੱਥ ਮਤਲਬ ਉਹ ਵਾਹਨ ਜਿਹੜਾ ਸੀ ਉੱਥੇ ਰੁਕਿਆ। ਗੁਰਦੁਆਰਾ ਰੱਥ ਸਾਹਿਬ ਸੁਸ਼ੋਭਿਤ ਹੈ। 10 ਪੋਹ ਦੀ ਰਾਤ ਨੂੰ ਸਾਹਿਬਜ਼ਾਦੇ ਮਾਤਾ ਜੀ ਸਮੇਤ ਠੰਡੇ ਬੁਰਜ ਦੇ ਅੰਦਰ ਕੈਦ ਹੁੰਦੇ ਆ। ਬਹੁਤ ਸਖਤਾਈ ਸੀ। ਸਿਪਾਹੀਆਂ ਨੂੰ ਇਹ ਵੀ ਕਿਹਾ ਗਿਆ ਕਿ ਇਹਨਾਂ ਵਾਸਤੇ ਖਾਣ ਪੀਣ ਵਾਸਤੇ ਵੀ ਕੋਈ ਰਸਤ ਨਾ ਜਾਵੇ, ਕੋਈ ਸੌਣ ਵਾਸਤੇ ਚਟਾਈ ਨਾ ਜਾਵੇ,
ਸਮੇਂ ਦੀ ਠੰਡ ਸੀ, ਸਮੇਂ ਦੀ ਹਕੂਮਤ ਸੀ, ਪਰ ਸਾਹਿਬਜ਼ਾਦਿਆਂ ਨੇ, ਮਾਤਾ ਗੁਜਰ ਕੌਰ ਨੇ ਸਾਹਿਬਜ਼ਾਦਿਆਂ ਨੂੰ ਸਿੱਖੀ ਧਰਮ ਦੀ ਪਰਪੱਕਤਾ ਵਾਸਤੇ ਪ੍ਰੇਰਨਾ ਦਿੱਤੀ ਕਿ ਆਪਣੇ ਧਰਮ ਤੇ ਪਰਪੱਕਤਾ ਰੱਖਣੀ ਹੈ। ਜਿਵੇਂ ਕੋਈ ਟੀਚਰ ਅਧਿਆਪਕ ਆਪਣੇ ਬੱਚੇ ਨੂੰ, ਵਿਦਿਆਰਥੀ ਨੂੰ ਸਿਖਾ ਕੇ ਭੇਜਦਾ ਹੈ ਕਿ ਤੁਸੀਂ ਹੌਸਲਾ ਬੁਲੰਦ ਕਰਕੇ ਜਾਣਾ ਹੈ, ਤੁਸੀਂ ਜਿੱਤ ਕੇ ਆਉਣਾ ਹੈ, ਇਸ ਤਰ੍ਹਾਂ ਦੀਆਂ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦੇ ਨੂੰ ਅਸੀਸਾਂ ਦਿੰਦੇ ਰਹੇ। ਇਸੇ ਰਾਤ ਜਦੋਂ ਗੁਰੂ ਘਰ ਦੇ ਸ਼ਰਧਾਲੂ ਮੋਤੀ ਰਾਮ ਮਹਿਰਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਕੋਈ ਤਰੀਕਾ ਵਰਤ ਕੇ ਗਰਮ ਦੁੱਧ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਛਕਾਇਆ ਅਤੇ ਗੁਰੂ ਪਰਿਵਾਰ ਦੀ ਸੇਵਾ ਕਰਨ ਦਾ ਮਾਣ ਹਾਸਲ ਕੀਤਾ। ਦੱਸਿਆ ਜਾਂਦਾ ਹੈ ਕਿ ਮੋਤੀ ਰਾਮ ਮਹਿਰਾ ਲਗਾਤਾਰ 3 ਦਿਨ ਇਹ ਸੇਵਾ ਕਮਾਉਂਦਾ ਰਿਹਾ। ਕਿ ਬਾਬਾ ਮੋਤੀ ਰਾਮ ਮਹਿਰਾ ਜੀ ਜਿਹੜੇ ਸਰਹੰਦ ਵਿੱਚ ਸੂਬੇ ਕੋਲ ਹਿੰਦੂ ਸਿੱਖ ਕੈਦੀਆਂ ਵਾਸਤੇ ਖਾਣਾ ਬਣਾਉਣ ਦਾ ਕੰਮ ਕਰਦੇ ਸਨ। ਉਸ ਸਮੇਂ ਜਦੋਂ ਗੰਗੂ ਬ੍ਰਾਹਮਣ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਕੋਲ ਕੈਦ ਕਰਵਾ ਦਿੱਤਾ ਤੇ ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਵਿੱਚ ਕੈਦ ਸਨ, ਉਸ ਸਮੇਂ ਸੂਬੇ ਦਾ ਐਲਾਨ ਕੀਤਾ ਹੋਇਆ ਸੀਗਾ ਕਿ ਮਾਤਾ ਜੀ ਤੇ ਬੱਚੇ ਜਿਹੜੇ ਉਹਨਾਂ ਨੂੰ ਈਨ ਮਨਾਉਣ ਵਾਸਤੇ ਜਿਹੜਾ ਖਾਣਾ ਵਾ ਉਹ ਸਰਕਾਰੀ ਖਾਣਾ ਖਾਣਗੇ। ਪਰ ਮਾਤਾ ਜੀ ਤੇ ਬੱਚਿਆਂ ਨੇ ਉਹ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਤੋ ਜਦੋਂ ਇਸ ਤਰ੍ਹਾਂ 3 ਦਿਨ ਕੰਮ ਚੱਲਦਾ ਰਿਹਾ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਜਿਹੜੇ ਰਸੋਈ ਤੇ ਉੱਥੇ ਕੰਮ ਕਰਦੇ ਸਨ, ਉਹਨਾਂ ਨੇ ਆਪਣੀ ਬਜ਼ੁਰਗ ਮਾਤਾ ਨਾਲ, ਆਪਣੀ ਧਰਮ ਪਤਨੀ ਨਾਲ ਜਾ ਕੇ ਇਹ ਗੱਲ ਕੀਤੀ ਕਿ ਛੋਟੇ ਛੋਟੇ ਲਾਲ ਤੇ ਬਜ਼ੁਰਗ ਮਾਤਾ ਸੂਬੇ ਨੇ ਕੈਦ ਕੀਤੀ ਹੋਈ ਆ ਤੇ ਕਿਉਂ ਨਾ ਕਿ ਅਸੀਂ ਉਹਨਾਂ ਨੂੰ ਉਹ 3 ਦਿਨ ਤੋਂ ਭੁੱਖਣ ਭਾਣੇ ਨੇ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੀ ਸੇਵਾ ਕਰੀਏ। ਪਰਿਵਾਰ ਨੇ ਇਸ ਗੱਲ ਦੀ ਉਹਨਾਂ ਦੇ ਨਾਲ ਸਹਿਮਤੀ ਪ੍ਰਗਟ ਕਰ ਦਿੱਤੀ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੇ ਘਰ ਦੇ ਵਿੱਚੋਂ ਗੜਬਾ ਦੁੱਧ ਦਾ ਤਿਆਰ ਕਰਕੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰ ਕੀਤੀ, ਫਤਿਹ ਬੁਲਾਈ ਕਿ ਮੈਂ ਮਾਤਾ ਜੀ ਮੋਤੀ ਮਹਿਰਾ ਆਪ ਦੇ ਚਰਨਾਂ ਦੇ ਵਿੱਚ ਆਪ ਦੇ ਵਾਸਤੇ ਦੁੱਧ ਗਰਮ ਲੈ ਕੇ ਆਇਆ, ਆਪ ਵੀ ਪੀਓ ਔਰ ਬੱਚਿਆਂ ਨੂੰ ਵੀ ਪਿਲਾਓ। ਇਸੇ ਤਰ੍ਹਾਂ ਹੀ ਉਹ 3 ਦਿਨ ਜਿਹੜੀ ਉਹ ਸੇਵਾ ਚੱਲਦੀ ਰਹੀ। ਸਖਤ ਪਹਿਰਾ ਸੀ ਤੇ ਮੋਤੀ ਰਾਮ ਮਹਿਰੇ ਨੇ ਸੇਵਾ ਕਮਾਈ, ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ, ਪਰ ਸਜ਼ਾ ਬੜੀ ਕਰੜੀ ਮੋਤੀ ਰਾਮ ਮਹਿਰੇ ਨੂੰ ਭੁਗਤਣੀ ਪਈ। ਉਹਨਾਂ ਮੋਤੀ ਰਾਮ ਮਹਿਰੇ ਨੇ ਦੁੱਧ ਨਹੀਂ ਪਿਆਇਆ ਜਿੰਨਾ ਉਹਨੂੰ ਖੂਨ ਡੋਲਣਾ ਪੈ ਗਿਆ। 11 ਤੇ 12 ਪੋਹ 2 ਦਿਨ ਕਚਹਿਰੀ ਲੱਗਦੀ ਰਹੀ। ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਲਗਾਤਾਰ 2 ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। 10 ਪੋਹ ਵਾਲੇ ਦਿਨ ਕੌਮ ਦੀਆਂ ਨੀਹਾਂ ਮਜ਼ਬੂਤ ਕਰਦੇ ਹੋਏ ਸਾਹਿਬਜ਼ਾਦੇ ਇਸ ਠੰਡੇ ਬੁਰਜ ਦੇ ਅੰਦਰ ਕੈਦ ਹੋਏ, ਜਿੱਥੋਂ ਮਾਤਾ ਜੀ ਬੜੀ ਰੀਝ ਤੇ ਸਦਰਾਂ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਿੰਗਾਰ ਕੇ ਸਜਾ ਕੇ ਸੂਬੇ ਦੀ ਸਭਾ ਵਿੱਚ ਭੇਜਦੇ ਰਹੇ ਤੇ ਜੇਤੂਆਂ ਵਾਂਗ ਹਰ ਬਲ ਛਲ, ਹਰ ਧੋਖੇ ਫਰੇਬ ਦਾ ਜਵਾਬ ਦੇ ਕੇ ਗੁਰੂ ਕੇ ਲਾਲ ਫਿਰ ਮਾਤਾ ਜੀ ਕੋਲ ਪਰਤਦੇ ਰਹੇ। 10 ਪੋਹ ਨੂੰ ਸਾਹਿਬਜ਼ਾਦੇ ਜਾਂਦੇ ਆ, 11 ਪੋਹ ਨੂੰ ਤੇ ਫਿਰ ਵਾਪਸ ਆਉਂਦੇ ਆ। ਜਿਹੜਾ ਠੰਡੇ ਬੁਰਜ ਤੋਂ ਸ਼ਹੀਦੀ ਸਥਾਨ ਤੱਕ ਦਾ ਸਫ਼ਰ ਹੈ, 5 ਵਾਰ ਸਾਹਿਬਜ਼ਾਦੇ ਇਸ ਰਸਤੇ ਤੋਂ ਦੀ ਗੁਜ਼ਰਦੇ ਆ। 11 ਪੋਹ ਦਾ ਜਾਣਾ ਤੇ ਫਿਰ ਵਾਪਸ ਆਉਣਾ, 12 ਪੋਹ ਨੂੰ ਫਿਰ ਸਭਾ ਵਿੱਚ ਜਾਣਾ ਤੇ ਵਾਪਸ ਆਉਣਾ। ਇਸ ਦੌਰਾਨ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਕਿ ਤੁਹਾਡੇ ਦਾਦੇ ਵਾਂਗ ਤੁਹਾਨੂੰ ਵੀ ਕਤਲ ਕਰ ਦਿੱਤਾ ਜਾਵੇਗਾ। ਇਸਲਾਮ ਕਬੂਲਣ ਲਈ ਕਿਹਾ ਗਿਆ। ਹਰ ਤਰੀਕਾ ਵਰਤਿਆ ਗਿਆ ਕਿ ਕਿਵੇਂ ਸਾਹਿਬਜ਼ਾਦਿਆਂ ਨੂੰ ਡਲਾਇਆ ਜਾਵੇ। 12 ਪੋਹ ਨੂੰ ਦੂਜੀ ਵਾਰ ਪੇਸ਼ੀ ਹੁੰਦੀ ਹੈ ਤੇ ਅੱਜ ਜਿਹੜਾ ਹਾਕਮ ਹੈ ਇਹ ਬਹੁਤ ਸਖਤੀ ਦੇ ਮੂਡ ਦੇ ਵਿੱਚ ਹੈ, ਬਹੁਤ ਕਠੋਰਤਾ ਵਰਤਣ ਦੇ ਬਾਰੇ ਸੋਚ ਰਿਹਾ ਹੈ ਕਿ ਜੇ ਪਿਆਰ ਦੇ ਨਾਲ ਜਾਂ ਸਾਡੇ ਲਾਲਚਾਂ ਦੇ ਵਿੱਚ ਇਹ ਨਹੀਂ ਆਏ ਤੇ ਇਹਨਾਂ ਨੂੰ ਡਰਾ ਕੇ, ਧਮਕਾ ਕੇ, ਇਹਨਾਂ ਨੂੰ ਤਸੀਹੇ ਦੇ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਈਨ ਮਨਾਉਣ ਦਾ ਯਤਨ ਅਸੀਂ ਕਰਨਾ ਹੈ। ਤੇ ਸੋ ਸਾਡੇ ਉਹ ਸਤਿਕਾਰਤ ਬਾਬੇ ਬੜੀ ਸੂਝ ਦੇ ਨਾਲ, ਜੋਸ਼ ਦੇ ਨਾਲ, ਕਿੰਨੇ ਕਮਾਲ ਦਾ ਹੋਸ਼ ਹੈ ਕਿ ਜ਼ਾਲਮ ਹਾਕਮ ਦਰਵਾਜ਼ਾ ਛੋਟਾ ਰੱਖ ਕੇ ਬੜੇ ਧੋਖੇ ਦੇ ਨਾਲ, ਬੜੇ ਛਲ ਦੇ ਨਾਲ ਗੁਰੂ ਲਾਲਾਂ ਦੇ ਸੀਸ ਝੁਕਾਉਣੇ ਚਾਹੁੰਦਾ ਸੂਬੇ ਅੱਗੇ, ਪਰ ਸਾਹਿਬ ਦੇ ਲਾਲਾਂ ਨੇ ਆਪਣੇ ਚਰਨਾਂ ਦੇ ਜੋੜੇ ਦਿਖਾ ਕੇ ਅੰਦਰ ਕਦਮ ਰੱਖਿਆ, ਸਿਰ ਝੁਕਾ ਕੇ ਅੰਦਰ ਦਾਖਲ ਨਹੀਂ ਹੋਏ। ਇਸੇ ਜੋਸ਼ ਨਾਲ, ਪੂਰਨ ਸੋਝੀ, ਬੜੀ ਆਤਮ ਵਿਸ਼ਵਾਸ ਦੇ ਨਾਲ। ਫਿਰ ਵੇਖੋ ਸ਼ਹਾਦਤ ਦਾ ਦੂਸਰਾ ਜਿਹੜਾ ਸਭ ਤੋਂ ਵੱਡਾ ਪਹਿਲੂ ਹੁੰਦਾ ਕਿ ਜਦੋਂ ਇੱਕ ਪਾਸੇ ਜਿਉਣ ਦੀ ਆਪਸ਼ਨ ਹੋਵੇ,
ਦੂਜੇ ਪਾਸੇ ਭਿਆਨਕ ਮੌਤ ਹੋਵੇ ਤੇ ਕੋਈ ਆਪਣੇ ਆਦਰਸ਼ਾਂ ਤੇ ਪਹਿਰਾ ਦਿੰਦਾ ਹੋਇਆ, ਕੋਈ ਆਪਣੇ ਸਿਦਕ ਨੂੰ ਨਿਭਾਉਂਦਾ ਹੋਇਆ, ਕੋਈ ਆਪਣੇ ਧਰਮ 'ਚ ਦ੍ਰਿੜ ਰਹਿੰਦਾ ਹੋਇਆ, ਸੱਚ ਨੂੰ ਸੁਰਜੀਤ ਰੱਖਦਾ ਹੋਇਆ, ਜਦੋਂ ਕੋਈ ਦਰਦਨਾਕ ਮੌਤ ਨੂੰ ਗਲ ਲਾ ਲੇ ਤੇ ਸੁੱਖਾਂ ਦੀ ਜ਼ਿੰਦਗੀ ਨੂੰ ਠੁਕਰਾ ਦੇ, ਅਸਲ 'ਚ ਇਹ ਸ਼ਹਾਦਤ ਦਾ ਰੁਤਬਾ ਹੁੰਦਾ ਹੈ। ਮੌਤ ਦੇ ਡਰਾਵੇ ਵੀ ਦਿੱਤੇ ਗਏ ਨੇ, ਤਸੀਹੇ ਵੀ ਦਿੱਤੇ ਗਏ ਨੇ। ਇਤਿਹਾਸ ਦੇ ਵਿੱਚ ਖਾਮਚੀਆਂ ਮਾਰਨ ਦਾ ਜ਼ਿਕਰ ਆਉਂਦਾ ਹੈ, ਗੁਲੇਲੇ ਮਾਰਨ ਦਾ ਜ਼ਿਕਰ ਆਉਂਦਾ ਹੈ, ਸਾਹਿਬਜ਼ਾਦਿਆਂ ਦੇ ਹੱਥਾਂ ਦੀਆਂ ਤਲੀਆਂ ਦੇ ਉੱਪਰ ਪਲੀਤੇ ਬਾਲ ਕੇ, ਅੱਗ ਬਾਲ ਕੇ ਉਹ ਰੱਖਣ ਦਾ ਜ਼ਿਕਰ ਆਉਂਦਾ ਹੈ। ਇਸ ਤਰੀਕੇ ਦੇ ਨਾਲ ਤਸੀਹੇ ਦੇ ਕੇ ਡਲਾਉਣ ਦਾ ਯਤਨ ਕਰਦੇ ਹੈ। ਤੇ ਮਲੇਰਕੋਟਲੇ ਦੇ ਨਵਾਬ ਨੂੰ ਵੀ 12 ਪੋਹ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਗਿਆ ਸੀ। ਉਹਨੂੰ ਵੀ ਕਿਹਾ ਗਿਆ ਸੀ ਕਿ ਇਹਨਾਂ ਦਾ ਜਿਹੜਾ ਪਿਤਾ ਹੈ ਉਹ ਤੇਰੇ ਭਰਾ ਨਾਰ ਖਾਂ ਵਰਗਿਆਂ ਦਾ ਉਹ ਕਾਤਲ ਹੈ ਤੇ ਅੱਜ ਤੇਰੇ ਕੋਲ ਮੌਕਾ ਹੈ, ਉਹਨਾਂ ਦੇ ਬੱਚੇ ਸਾਡੀ ਗ੍ਰਿਫਤ ਦੇ ਵਿੱਚ ਨੇ, ਤੂੰ ਇਹਨਾਂ ਦੇ ਪਿਤਾ ਤੋਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਤੂੰ ਲੈ ਸਕਦਾ ਹੈ। ਪਰ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ ਬੇਸ਼ੱਕ ਭਾਵੇਂ ਉਹ ਗੁਰੂ ਸਾਹਿਬ ਜੀ ਦੇ ਵਿਰੁੱਧ ਉਹ ਜੰਗਾਂ ਦੇ ਵਿੱਚ ਲੜਿਆ, ਚਮਕੌਰ ਦੀ ਜੰਗ ਦੇ ਵਿੱਚ ਉਹ ਸ਼ਾਮਲ ਰਿਹਾ। ਇਹਦੇ ਤੋਂ ਬਾਅਦ ਫਿਰ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਵਜ਼ੀਰ ਖਾਨ ਨੂੰ ਸੋਧਦੇ ਆ, ਉਹ ਜਿਹੜੀ ਜੰਗ ਹੁੰਦੀ ਹੈ ਸਰਹੰਦ ਫਤਿਹ ਕੀਤਾ ਜਾਂਦਾ ਹੈ। ਇਸ ਜੰਗ ਦੇ ਵਿੱਚ ਵੀ ਨਵਾਬ ਮਲੇਰਕੋਟਲਾ ਲੜਿਆ ਸੀ ਸਿੰਘਾਂ ਦੇ ਵਿਰੁੱਧ। ਪਰ ਇੱਥੇ ਇੰਨਾ ਜ਼ਰੂਰ ਹੈ ਕਿ ਨਵਾਬ ਮਲੇਰਕੋਟਲਾ ਨੇ ਇੱਥੇ ਹਾਂ ਦਾ ਨਾਅਰਾ ਮਾਰਿਆ ਸੀ ਤੇ ਇਹਨੇ ਕਿਹਾ ਸੀ ਕਿ ਬੱਚੇ ਨਿਰਦੋਸ਼ ਨੇ ਤੇ ਮੇਰੇ ਭਰਾ ਦੀ ਜਿਹੜੀ ਮੌਤ ਹੈ ਉਹ ਜੰਗ ਲੜਦਿਆਂ ਹੋਈ ਸੀ। ਜੇ ਇਹਨਾਂ ਦਾ ਪਿਤਾ ਮੈਦਾਨ ਜੰਗ ਦੇ ਵਿੱਚ ਮਿਲੇਗਾ ਤੇ ਉਹਦੇ ਤੋਂ ਮੈਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ, ਪਰ ਇਹਨਾਂ ਬੱਚਿਆਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ। ਤੇ ਸਾਡਾ ਜਿਹੜਾ ਇਸਲਾਮ ਹੈ ਉਹ ਸ਼ੀਰਖੋਰ ਬੱਚਿਆਂ ਨੂੰ, ਭਾਵ ਨਿੱਕੇ ਬੱਚਿਆਂ, ਮਾਸੂਮ ਬੱਚਿਆਂ ਨੂੰ, ਦੁੱਧ ਪੀਂਦੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਨਾਲ ਮੌਤ ਦੀ ਸਜ਼ਾ ਦੇਣ ਦੀ ਸਾਨੂੰ ਕਦੇ ਵੀ ਉਹ ਇਜਾਜ਼ਤ ਨਹੀਂ ਦਿੰਦਾ। ਤੇ ਇਹ ਇਸਲਾਮ ਦੇ ਵਿੱਚ ਸ਼ਰਅ ਦੇ ਅਨੁਸਾਰ ਇਹ ਗੁਨਾਹ ਹੈ ਤੇ ਮੈਂ ਇਹ ਗੁਨਾਹ ਨਹੀਂ ਕਰਾਂਗਾ। ਖੁਦਾ ਇਸ ਗੁਨਾਹ ਤੋਂ ਮੈਨੂੰ ਮਹਿਫੂਜ਼ ਰੱਖੇ। ਤੇ ਉਹ ਵਜ਼ੀਰ ਖਾਨ ਦੀ ਸਭਾ ਦਾ ਬਾਈਕਾਟ ਕਰਕੇ ਚਲਾ ਗਿਆ ਸੀ। ਪਰ ਸੁੱਚਾਨੰਦ ਵਰਗਿਆਂ ਦੇ ਭੜਕਾਉਣ ਕਰਕੇ ਵਜ਼ੀਰ ਖਾਨ ਇੱਥੇ ਦੋਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਤਸੀਹੇ ਦੇਣ ਦੇ ਬਾਰੇ ਇਹ ਸਜ਼ਾ ਦਿੰਦਾ ਹੈ ਕਿ ਇਹਨਾਂ ਨੂੰ ਜਿੰਦਾ ਦੀਵਾਰਾਂ ਦੇ ਵਿੱਚ ਚਿਣ ਕੇ ਮੌਤ ਦੀ ਸਜ਼ਾ ਦਿੱਤੀ ਜਾਏ। ਇਹ ਕਾਜੀ ਦੇ ਵੱਲੋਂ ਫਤਵਾ ਜਿਹੜਾ ਸੁਣਾਇਆ ਜਾਂਦਾ ਹੈ। ਆਖਰ ਕਾਜੀ ਨੇ ਫਤਵਾ ਸੁਣਾ ਦਿੱਤਾ ਕਿ ਇਹਨਾਂ ਕਾਫਰਾਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਜਾਵੇ। ਕਚਹਿਰੀ ਬਰਖਾਸਤ ਹੋ ਗਈ ਸੀ। ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ ਆ ਕੇ ਆਪਣੀ ਦਾਦੀ ਮਾਤਾ ਗੁਜਰ ਕੌਰ ਜੀ ਨੂੰ ਸਾਰੀ ਕਾਰਵਾਈ ਸੁਣਾਈ। ਮਾਤਾ ਗੁਜਰ ਕੌਰ ਨੇ ਆਪਣੇ ਦੋਵੇਂ ਪੋਤਰਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। 12 ਪੋਹ ਦੀ ਇਹ ਰਾਤ ਦਾਦੀ ਪੋਤਿਆਂ ਦੀ ਮਿਲਣੀ ਦੀ ਆਖਰੀ ਰਾਤ ਸੀ। ਕੱਲ੍ਹ ਨੂੰ ਛੋਟੇ ਸਾਹਿਬਜ਼ਾਦਿਆਂ ਜੁਝਾਰ ਸਿੰਘ ਅਤੇ ਫਤਿਹ ਸਿੰਘ ਨੇ ਸ਼ਹਾਦਤ ਪਾ ਜਾਣੀ ਸੀ। ਫਿਰ ਅਗਲੇ ਦਿਨ 13 ਪੋਹ ਦੇ ਦਿਨ ਸਵੇਰੇ ਦੋਵੇਂ ਸਾਹਿਬਜ਼ਾਦਿਆਂ ਨੂੰ ਫਿਰ ਕਚਹਿਰੀ ਦੇ ਵਿੱਚ ਲਿਆਂਦਾ ਜਾਂਦਾ ਹੈ, ਜਿੱਥੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਦੇ ਵੱਲੋਂ ਸਾਹਿਬਜ਼ਾਦਿਆਂ ਨੂੰ ਜਿੰਦਾ ਦੀਵਾਰਾਂ ਦੇ ਵਿੱਚ ਚਿਣਿਆ ਜਾਂਦਾ ਹੈ। ਪਰ ਮਾਂ ਜੀ ਨੂੰ ਪਤਾ ਹੈ ਕਿ ਅੱਜ ਆਖਰੀ ਮਿਲਣੀ ਹੈ, ਆਖਰੀ ਤੱਕਣੀ ਹੈ। ਬਹੁਤ ਸਨੇਹ ਨਾਲ, ਬੜੀ ਰੀਝ ਨਾਲ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ। ਕਿਸੇ ਮਾਯੂਸੀ ਵਿੱਚ ਨਹੀਂ, ਕਿਸੇ ਉਦਾਸੀ ਵਿੱਚ ਨਹੀਂ, ਬਲਕਿ ਚੜ੍ਹਦੀ ਕਲਾ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ, ਜਿਹਨੂੰ ਅੱਲਾ ਯਾਰ ਖਾਂ ਜੋਗੀ ਜੀ ਬੜੇ ਜਜ਼ਬਾਤੀ ਸ਼ਬਦਾਂ 'ਚ ਬਿਆਨ ਕਰਦੇ ਕਿ ਮਾਤਾ ਜੀ ਕਿੰਨੀਆਂ ਸਦਰਾਂ ਨਾਲ ਕਹਿ ਰਹੇ ਸੀ, ਆਓ ਜਾने से पहले गले लगा तो लूँ, केसों में कंघी कर दूँ, मुँह दुला तो लूँ, इन प्यारे से सरों पे नन्ही सी कलगी सजा तो लूँ, आओ मरने से पहले तुम्हें दुल्हा बना तो लूँ। ਇੰਨੀਆਂ ਸਦਰਾਂ ਨਾਲ ਮਾਤਾ ਜੀ ਤੋਰਦੇ ਆ। 13 ਪੋਹ ਨੂੰ ਆਖਰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਅੱਲਾ ਯਾਰ ਖਾਂ ਜੋਗੀ ਕਹਿੰਦੇ ਨੇ ਦੀਵਾਰਾਂ ਦੇ ਦਬਾਅ ਨਾਲ ਜਦੋਂ ਦਮ ਉਖੜ ਗਿਆ, ਸਾਹ ਰੁਕ ਗਿਆ, ਖੂਨ ਦਾ ਸਰਕਲ ਮੱਧਮ ਹੋ ਗਿਆ, ਦਿਲ ਦੀ ਧੜਕਣ ਧੀਮੀ ਹੋ ਗਈ, ਫੇਫੜੇ ਲਰਜ਼ ਉੱਠੇ ਹੋਣਗੇ, ਸੋਲ ਦੀਆਂ ਕਲੀਆਂ ਦੇ ਜਦੋਂ ਸਾਹ ਨਾ ਮਿਲਿਆ ਤੇ ਓੜਕ ਬੇਹੋਸ਼ ਹੋ ਗਏ। ਫਿਰ ਤਲੀਆਂ ਨੂੰ ਝੱਸ ਕੇ ਲਾਲਾ ਨੂੰ ਹੋਸ਼ ਵਿੱਚ ਲਿਆਂਦਾ ਸਤਿਗੁਰ ਜੀ ਦੇ ਜਿਗਰ ਦੇ ਟੁਕੜਿਆਂ ਨੂੰ, ਤੇ ਫਿਰ ਉਹਨਾਂ ਦੇ ਸਾਹਮਣੇ ਇਹੀ ਇੱਕ ਸ਼ਰਤ ਰੱਖੀ ਕਿ ਵੇਖੋ ਮੌਤ ਕਿੰਨੀ ਭਿਆਨਕ ਹੈ। ਜੇ ਜ਼ਿੰਦਗੀ ਚਾਹੁੰਦੇ ਹੋ ਤੇ ਈਨ ਮੰਨੋ, ਗੁਲਾਮਾਂ ਵਾਂਗੂ ਸਿਰ ਝੁਕਾ ਕੇ ਸੁੱਖਾਂ ਦੀ ਜ਼ਿੰਦਗੀ ਜੀਓ। ਪਰ ਗੁਰੂ ਸਾਹਿਬ ਦੇ ਲਾਲਾ ਨੇ ਕਿਹਾ ਸੀ ਜੇ ਸਦੀਆਂ ਵੀ ਜੀ ਲਵਾਂਗੇ, ਅੰਤ ਮੌਤ ਆਉਣੀ ਹੈ, ਫਿਰ ਬੇਗੈਰਤ ਹੋ ਕੇ ਕਿਉਂ ਮਰੀਏ ਅਸੀਂ। 7 ਸਾਲ ਜੀਕਰ ਵੀ ਮਰਨਾ ਜ਼ਰੂਰ ਹੈ,
सार कौम से बचा कर जीना ये गैरत से दूर है। फिर शाशल बेग ते बाशल बेग जलादा ने हत्थां 'ਚ ਛੁਰੇ ਲੈ ਕੇ बड़े खौफनाक तरीके नाल किया सी कि ਅਸੀਂ खानदानी जलाद हाँ, जिन्हां दे वड्डिਆਂ ने तुहाडे बजुर्गां नूं शहीद किया। तुहाडे दादे दे दादे दी लोह हेठां लाहौर दे किले दे अंदर अग बालन वाला साडे ही खानदान दा वडेरा ਨੂਰੂਦੀਨ जलाद सी। चांदनी चौंक 'ਚ तुहाडे दादे दा सीस कलम करन वाला साडा ही वडेरा जलालुद्दीन सी। ते अज असीं उसे खानदान समाने विचों शाशल बेग बाशल बेग तुहाडे गलियां नूं जिवा करांगे, तड़पा के तुहाडी जान कड्डांगे। अजे भी वक्त है, ईन मन्नो, क्योंकि असीं बड़े बेदरेग हाँ। ते साहिब दे लाला ने कहा सी कि तुसीं खानदानी जलाद हो, असीं खानदानी शहीद हाँ। ये साडी कुल दी रीत है कि हमरे बंस रीत एमाई, सीस देत पर धर्म ना जाई। ते अंत गुरु लाला नूं छुरे चला के जिवा करके शहीद किया गया। तो फतेहगढ़ साहब 'ਚ ਇੱਥੇ ਨੀਂਹ ਰੱਖੀ ਸਤਿਗੁਰਾਂ ਨੇ ਜੀ, ਇੱਥੇ ਨੀਂਹ ਰੱਖਤੀ ਗੁਰੂ ਸਾਹਿਬ ਨੇ। ਵੀ ਦੇਖੋ ਸਿੰਘੋ ਵੀ ਆਪਣੇ ਖਾਲਸੇ ਪੁੱਤਰ ਨੂੰ ਨਹੀਂ, ਨਾਦੀ ਪੁੱਤਰ ਬੇਦੀ ਪੁੱਤਰ ਦੋਵਾਂ ਨੂੰ ਇਹੀ ਮਹਾਰਾਜ ਨੇ ਹੁਕਮ ਕੀਤਾ ਕਿ ਆਪਾਂ ਇਦਾਂ ਹੀ ਸ਼ਹਾਦਤਾਂ ਪਾਉਣੀਆਂ ਜਦੋਂ ਲੋੜ ਪੈਂਦੀ ਹੈ। ਪਰ ਇਹ ਸ਼ਹਾਦਤਾਂ ਜਿਹੜੀਆਂ ਬਹੁਤ ਵੱਡੀਆਂ ਨੇ ਜੀ, ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਇਹ ਦੱਸ ਗਿਆ ਇੱਕ ਵਾਰੀ ਵੀ ਇਹ ਸਿੱਖੀ ਜਿਹੜੀ ਆ ਵੀ ਕੋਈ ਵੱਡਾ ਛੋਟਾ ਉਮਰ ਦਾ ਪਹਿਰਾ ਨਹੀਂ ਹੈਗਾ ਜੀ। ਇਹ ਪਹਿਰਾ ਜਿਹੜਾ ਇਹ ਚੜ੍ਹਦੀ ਕਲਾ ਵਾਲਾ ਜੀ। ਇੱਦਾਂ ਦੇ ਸਮੇਂ ਵਿੱਚ ਮਾਤਾ ਗੁਜਰ ਕੌਰ ਦੇਖੋ ਕਿਹੜੀ ਉਮਰ ਹੈ। ਇਹ ਦੋ ਉਮਰਾਂ ਜਿਹੜੀਆਂ ਦੁਨਿਆਵੀ ਤੌਰ ਤੇ ਅਸੀਂ ਸਾਡੇ ਵਰਗੇ ਦੁਨਿਆਵੀ ਲੋਕ ਮੰਨਦੇ ਆ ਕਿ ਨਾਜ਼ੁਕ ਨੇ, ਤੇ ਇਹਨਾਂ ਨੇ ਦੋਨੇ ਉਮਰਾਂ ਦੇ ਵਿੱਚ ਇੱਦਾਂ ਦੀ ਚੜ੍ਹਦੀ ਕਲਾ ਕਰਾਤੀ। ਠੰਡ ਦਾ ਨਹੀਂ ਕੋਈ ਨੀਆਂ ਦਾ ਨਹੀਂ, ਹਾਂਜੀ ਜਕਾਰਿਆਂ ਦੇ ਨਾਲ ਸਿਮਰਨ ਦੇ ਨਾਲ ਕਿੱਦਾਂ ਸ਼ਹਾਦਤਾਂ ਪਾਈਆਂ ਜੀ। ਜਿਨ੍ਹਾਂ ਦੇ ਅੰਦਰ ਧਰਮ ਵਾਸਤੇ ਦ੍ਰਿੜਤਾ ਹੈ ਉਹ ਸੰਸਾਰ ਤੇ ਜਿਉਂਦੇ ਅਮਰ ਨੇ, ਮਰਨ ਤੋਂ ਬਾਅਦ ਵੀ ਸੰਸਾਰ ਵਿੱਚ ਅਮਰ ਨੇ। ਤੇ ਜਿਹੜੇ ਆਪਣੇ ਧਰਮ ਤੋਂ ਨਧਰਮ ਹੋਏ ਨੇ ਉਹ ਸੰਸਾਰ ਤੇ ਜਿਉਂਦੇ ਇੱਕ ਮੁਰਦਿਆਂ ਦੇ ਸਮਾਨ ਨੇ। ਜਿਨ੍ਹਾਂ ਦੀ ਜ਼ਮੀਰ ਜਿਉਂਦੀ ਹੈ ਉਹ ਆਏ ਸੰਸਾਰ ਤੇ ਪ੍ਰਵਾਨ ਨੇ, ਉਹ ਸੂਰਮੇ ਹੋ ਸਕਦੇ ਨੇ, ਉਹ ਯੋਧੇ ਹੋ ਸਕਦੇ ਨੇ। ਜਿਨ੍ਹਾਂ ਦੀ ਜ਼ਮੀਰ ਮਰ ਗਈ ਉਹ ਜਿਉਂਦੇ ਵੀ ਮੁਰਦੇ ਹੋ ਸਕਦੇ ਨੇ। ਜਦੋਂ ਮਾਤਾ ਗੁਜਰੀ ਜੀ ਨੂੰ ਇਹ ਖਬਰ ਮਿਲੀ ਤਾਂ ਉਹ ਵੀ ਸਰੀਰ ਤਿਆਗ ਜਾਂਦੇ ਨੇ। ਮੁਗਲ ਹਕੂਮਤ ਵੱਲੋਂ ਉਹਨਾਂ ਦੇ ਸਰੀਰਾਂ ਨੂੰ ਠੰਡੇ ਬੁਰਜ ਨਾਲ ਵਗਦੀ ਨਦੀ ਹੰਸਲਾ ਦੇ ਕੰਢੇ ਸੁੱਟ ਦਿੱਤਾ ਜਾਂਦਾ ਹੈ। ਇਹ ਸਥਾਨ ਉੱਤੇ ਹੁਣ ਗੁਰਦੁਆਰਾ ਵਿਵਾਨਸਰ ਸਾਹਿਬ ਬਣਿਆ ਹੋਇਆ ਹੈ। ਆਖਰ 13 ਪੋਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਜਾਂਦਾ। ਛੋਟੇ ਸਾਹਿਬਜ਼ਾਦੇ ਖੁਦ ਨੀਹਾਂ ਵਿੱਚ ਚਿਣੇ ਗਏ, ਪਰ ਸਿੱਖ ਕੌਮ ਦੀਆਂ ਨੀਹਾਂ ਮਜ਼ਬੂਤ ਕਰ ਗਏ। ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੋਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਉੱਚ ਦਾ ਪੀਰ ਬਣ ਕੇ ਦੀਨਾ ਕੰਗੜਾ ਵੱਲ ਤੁਰ ਪੈਂਦੇ ਨੇ ਤੇ ਇੱਧਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ। ਪੋਹ ਦਾ ਮਹੀਨਾ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਤੇ ਜੰਗਾਂ ਦੀ ਗਵਾਹੀ ਭਰਦਾ ਹੈ। ਇਸ ਮਹੀਨੇ ਵਿੱਚ ਸਰਵੰਸਦਾਨੀ ਸਾਹਿਬ ਕਮਾਲ ਕਲਗੀਧਰ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਰਮ ਦੀ ਖਾਤਰ ਆਪਣੇ 4 ਸਾਹਿਬਜ਼ਾਦੇ, ਮਾਤਾ ਗੁਜਰ ਕੌਰ, 3 ਪਿਆਰੇ ਅਤੇ ਸਿੰਘਾਂ ਨੂੰ ਕੁਰਬਾਨ ਕਰ ਦਿੱਤਾ। ਇਸ ਲਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਨਿਰਪੱਖ ਪੋਸਟ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਇਸ ਸ਼ਹਾਦਤ ਭਰੇ ਹਫ਼ਤੇ ਦੇ ਹਰ ਦਿਨ ਦੇ ਇਤਿਹਾਸ ਨਾਲ ਇੱਕ ਸਾਂਝ ਪਾਈ ਜਾਵੇ। ਇਹ ਸਾਰਾ ਇਤਿਹਾਸ ਸਿੱਖ ਸਾਹਿਬਾਨਾਂ ਤੋਂ ਸਰਵਣ ਕਰਾਂਗੇ। ਬਣੇ ਰਹੋ ਨਿਰਪੱਖ ਪੋਸਟ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਨਿਰਪੱਖ ਪੋਸਟ ਦੀ ਖਾਸ ਪੇਸ਼ਕਸ਼ ਸਫਰੇ ਸ਼ਹਾਦਤ।